ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਕਬੀਰ ਜੀਓ ਲਲਤ ਥਾਕੇ ਨੈਣ ਸਰਬਨ ਸੁਨ ਥਾਕੇ। ਥਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ। ਏਕ ਨਾ ਥਾਕ ਸਮਾਇਆ ਬਾਬਰੇ। ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ। ਤਬ ਲਗ ਪ੍ਰਾਨੀ ਤਿਸੈ ਸਰੇਵੋ ਜਬ ਲਗ ਘਟ ਮਹਿ ਸਾਸਾ। ਜੇ ਘਟ ਜਾਏ ਤਾਂ ਪਾਉ ਨ ਜਾਸੀ ਹਰ ਕੇ ਚਰਨ ਨਿਵਾਸਾ। ਜਿਸ ਕੋ ਸ਼ਬਦ ਵਸਾਵੈ ਅੰਤਰ ਚੂਕੈ ਤਿਸਹਿ ਪਿਆਸਾ। ਹੁਕਮੇ ਬੂਝੈ ਚੌਪੜ ਖੇਲੈ ਮਨ ਜਿਣ ਟਾਲੇ ਪਾਸਾ। ਜੋ ਜਨ ਜਾਨ ਭਜਹਿ ਅਭਿਗਤ ਕਉ ਤਿਨ ਕਾ ਕਛੂ ਨ ਨਾਸਾ। ਕਹੋ ਕਬੀਰ ਤੇ ਜਨ ਕਬਹੂ ਨ ਹਾਰਹਿ ਢਾਲ ਜੋ ਜਾਣੈ ਪਾਸਾ। ਕਹੋ ਕਬੀਰ ਤੇ ਜਨ ਕਬਹੂ ਨ ਹਾਰਹਿ ਢਾਲ ਜੋ ਜਾਣੈ ਪਾਸਾ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਹੁਣੇ ਆਪਾਂ ਪਵਿੱਤਰ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 793 ਅੰਗ ਉੱਪਰ ਸੁਭਾਏਮਾਨ ਹੈ। ਸੂਹੀ ਰਾਗ ਹੈ। ਭਗਤ ਕਬੀਰ ਜੀ ਦੀ ਰਸਨਾ ਤੋਂ ਇਹ ਫਰਮਾਨ ਕੀਤਾ ਹੋਇਆ ਹੈ। ਗੁਰਮੁਖ ਪਿਆਰਿਓ, ਗੁਰਬਾਣੀ ਗਿਆਨ ਦਾ ਸਮੁੰਦਰ ਹੈ। ਗਿਆਨ ਗੁਰੂ ਹੈ ਸਾਡਾ। ਗਿਆਨ ਦੇ ਨਾਲ ਹੀ ਅਸੀਂ ਜਿਹੜਾ ਹੈ ਅੱਗੇ ਨੂੰ, ਆਪਣੇ ਆਪ ਨੂੰ, ਆਪਣੇ ਕਰਮਾਂ ਨੂੰ, ਆਪਣੇ ਅੰਦਰ ਨੂੰ ਸਮਝ ਸਕਦੇ ਹਾਂ। ਤੇ ਗਿਆਨ ਦੇ ਨਾਲ ਹੀ ਪਤਾ ਲੱਗਦਾ ਕਿ ਮਨੁੱਖ ਦੇ ਅੰਦਰ ਇੱਕ ਮਨ ਹੁੰਦਾ। ਇਸ ਤਨ ਦੇ ਅੰਦਰ ਇੱਕ ਸੂਖਸ਼ਮ ਸਰੀਰ ਹੁੰਦਾ, ਇੱਕ ਮਨ ਹੁੰਦਾ, ਮਨ ਦਾ ਬਣਾਇਆ ਹੋਇਆ ਆਪਣਾ ਆਰ ਪਰਿਵਾਰ ਹੁੰਦਾ। ਮਨ ਮਤ, ਜੇ ਤਾਂ ਅਸੀਂ ਗੁਰੂ ਦੀ ਮੱਤ ਲੈ ਲਈਏ ਤੇ ਫਿਰ ਤਾਂ ਅਸੀਂ ਬਚ ਸਕਦੇ ਹਾਂ, ਗੁਰਮੁਖ ਬਣ ਜਾਂਦੇ ਹਾਂ। ਜੇ ਮਨ ਹੈਵੀ ਹੋ ਜਾਵੇ ਸਾਡੇ ਉੱਪਰ, ਮਨ ਦਾ ਪ੍ਰਭਾਵ ਜ਼ਿਆਦਾ ਪੈ ਜਾਵੇ, ਮਨ ਹੁਕਮ ਚਲਾਉਣ ਲੱਗ ਜਾਵੇ, ਮਨ ਪਰਮਾਤਮਾ ਦੀ ਗੱਦੀ 'ਤੇ ਬੈਠ ਜਾਵੇ ਜਿੱਥੇ ਮੱਤ ਨੇ ਬਹਿਣਾ, ਅਕਲ ਨੇ, ਜਾਂ ਐਂ ਕਹਿ ਲਈਏ ਵੀ ਅਸੀਂ ਹਰ ਰੋਜ਼ ਅਰਦਾਸ ਦੇ ਵਿੱਚ ਮੰਗਦੇ ਹਾਂ ਮਨ ਨੀਵਾਂ ਮੱਤ ਉੱਚੀ, ਤਾਂ ਮਨੁੱਖ ਦਾ ਜੀਵਨ ਵਧੀਆ ਬਣ ਜਾਂਦਾ ਅਗਰ ਮਨ ਨੀਵਾਂ ਤੇ ਮੱਤ ਉੱਚੀ ਹੋ ਜਾਵੇ। ਤੇ ਮੱਤ ਕਿੱਥੋਂ ਮਿਲਦੀ ਹੈ? ਗੁਰ ਕੀ ਮੱਤ ਤੂੰ ਲੈ ਆਨੇ
ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਗੁਰਮੁਖ ਪਿਆਰਿਓ, ਤੇ ਬਹੁਤ ਗੱਲਾਂ ਦਾ ਧਿਆਨ ਰੱਖਦੇ ਹਾਂ, ਟੀਚਰ ਵਧੀਆ ਹੋਵੇ, ਸਕੂਲ ਠੀਕ ਹੋਵੇ, ਸਾਡੇ ਬੱਚੇ ਗਿਆਨਵਾਨ ਹੋ ਜਾਣ। ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਮਨ ਰੂਪੀ ਬੱਚੇ ਹੁੰਦੇ ਆ। ਮਨ ਨੂੰ ਵੀ ਪੜ੍ਹਾਇਆ ਜਾਂਦਾ, ਮਨ ਨੂੰ ਵੀ ਗਿਆਨ ਦੀ ਲੋੜ ਆ। ਜਿਵੇਂ ਸਾਡੇ ਸਰੀਰ ਨੂੰ ਬਾਹਰਲੀ ਖੁਰਾਕ ਦੀ ਲੋੜ ਆ, ਇਸੇ ਤਰ੍ਹਾਂ ਸਾਨੂੰ ਆਤਮਿਕ ਭੋਜਨ ਦੀ ਲੋੜ ਆ, ਚੰਗੇ ਗਿਆਨ ਦੀ ਲੋੜ ਆ, ਚੰਗਾ ਸੁਣਨ ਦੀ ਲੋੜ ਆ। ਮਨ ਕਿਵੇਂ ਬਣਦਾ ਸਾਰਿਆਂ ਦਾ? ਮਨ ਬਚਪਨ ਦੇ ਵਿੱਚ ਦੇਖੋ ਆਪਾਂ ਸਾਰੇ ਵਧੀਆ ਹੁੰਦੇ ਆ, ਭਾਵੇਂ ਕੋਈ ਵੀ ਬੱਚਾ ਕਿਸੇ ਦਾ ਵੀ ਹੋਵੇ, ਸਾਰੇ ਐਨ ਚਾਰੇ ਪੈਰ ਧਰਮ ਦੇ ਲੱਗੇ ਹੁੰਦੇ ਆ। ਉਸ ਤੋਂ ਬਾਅਦ ਫਿਰ ਵਿਗੜਨਾ ਸ਼ੁਰੂ ਹੋ ਜਾਂਦਾ। ਜਿਹੋ ਜਿਹੇ ਮਾਹੌਲ ਦੇ ਵਿੱਚ ਰਹਿੰਦਾ ਮਨੁੱਖ, ਜਿਹੋ ਜਿਹਾ ਸੁਣਦਾ, ਜਿਹੋ ਜਿਹਾ ਆਲਾ ਦੁਆਲਾ ਦੇਖਦਾ, ਉਹੋ ਜਿਹੇ ਉਹਦੇ ਵਿਚਾਰ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਵਿਚਾਰ ਫਿਰ ਬੁਰੇ ਬਣ ਜਾਂਦੇ ਆ ਤੇ ਉਹ ਬੁਰਾਈ ਵੱਲ ਨੂੰ ਚੱਲ ਪੈਂਦਾ। ਅਗਰ ਗੁਰੂ ਦਾ ਗਿਆਨ ਕਰਮਾਂ ਭਾਗਾਂ ਦੇ ਨਾਲ ਮਨੁੱਖ ਨੂੰ ਪ੍ਰਾਪਤ ਹੋ ਜਾਵੇ, ਮਨ ਬੁਰੇ ਪਾਸੇ ਨੂੰ ਜਿਹੜਾ ਜਾਂਦਾ, ਉਹ ਬੁਰੇ ਪਾਸੇ ਰੁਕ ਕੇ ਸਿੱਧੇ ਪਾਸੇ ਨੂੰ ਜਾ ਸਕਦਾ। ਮਨੁੱਖ ਆਪਣਾ ਲੇਖਾ ਮਨ ਸਾਡਾ ਆਪ ਲਿਖਦਾ। ਪਰਮਾਤਮਾ ਨੇ ਸਾਨੂੰ ਜੀਵਨ ਦੇ ਦਿੱਤਾ, ਅਕਲ ਦੇ ਦਿੱਤੀ, ਮੱਤ ਦੇ ਦਿੱਤੀ, ਗਿਆਨ ਦੇ ਦਿੱਤਾ, ਤੇ ਭਾਈ ਤੂੰ ਆਹ ਕੰਮ ਕਰਨੇ ਆ ਤੇ ਆਹ ਨਹੀਂ ਕਰਨੇ। ਪਰ ਅਸੀਂ ਉਹ ਗਿਆਨ ਦੇ ਮੁਤਾਬਕ ਜੇ ਨਹੀਂ ਚੱਲਦੇ ਤਾਂ ਅਸੀਂ ਫਸ ਜਾਂਦੇ ਹਾਂ, ਜੀਵਨ ਦੀ ਬਾਜੀ ਹਾਰ ਕੇ ਜਾਂਦੇ ਹਾਂ। ਤੇ ਜੇ ਗਿਆਨ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਹਾਂ ਤਾਂ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਾਂ। ਮਨਮੁਖ ਬਾਜੀ ਹਾਰ ਕੇ ਜਾਂਦੇ ਆ, ਗੁਰਮੁਖ ਬਾਜੀ ਜਿੱਤ ਕੇ ਜਾਂਦੇ ਆ। ਇਹ ਬਾਜੀ ਕੀ ਹੈ? ਇਹ ਬਾਜੀ ਆ ਸਾਡੀ ਸਾਰੀ ਜ਼ਿੰਦਗੀ। ਇਹ ਇੱਕ ਖੇਲ ਆ, ਇਹ ਇੱਕ ਤਮਾਸ਼ਾ। ਇਹਦੇ ਵਿੱਚ ਬੁਰਾਈਆਂ ਤੇ ਚੰਗਿਆਈਆਂ ਦਾ ਯੁੱਧ ਹੋ ਰਿਹਾ। ਅਸੀਂ ਗੁਰੂ ਤੋਂ ਮੱਤ ਲੈ ਕੇ, ਗੁਰੂ ਤੋਂ ਅਕਲ ਲੈ ਕੇ, ਅਗਰ ਅਸੀਂ ਮੱਤ ਉੱਚੀ ਕਰ ਲਈ, ਮਨ 'ਤੇ ਕਾਬੂ ਪਾ ਲਿਆ ਤੇ ਜੀਵਨ ਦੀ ਬਾਜੀ ਜਿੱਤ ਗਏ। ਤੇ ਮਨ ਉੱਚਾ ਹੋ ਗਿਆ, ਮਨਮੁਖ ਬਣੇ ਰਹਿ ਗਏ, ਫਿਰ ਭਾਵੇਂ ਸਾਰੀ ਉਮਰ ਹੀ ਲੰਘ ਜਾਵੇ, ਸਮਝ ਲਓ ਜੀਵਨ ਦੀ ਬਾਜੀ ਹਾਰ ਗਏ। ਦੋ ਹੀ ਗੱਲਾਂ। ਇਸ ਕਰਕੇ ਗੁਰੂ ਦਾ ਗਿਆਨ ਲੈਣਾ ਬਹੁਤ ਜ਼ਰੂਰੀ ਆ। ਆਪਾਂ ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਸ ਭਾਗਾ ਸਮਾਂ ਪ੍ਰਾਪਤ ਨਹੀਂ ਹੁੰਦਾ। ਅਮੋਲਕ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ। ਆਓ, ਮਨ ਕੀ ਹੈ? ਮਨ ਫੁਰਨਿਆਂ ਦਾ ਭੰਡਾਰ ਆ। ਇਹਨੂੰ ਕਿਵੇਂ ਜਿੱਤਿਆ ਜਾ ਸਕਦਾ? ਕਿਵੇਂ ਅਸੀਂ ਇਹ ਜੀਵਨ ਦੀ ਬਾਜੀ ਨੂੰ ਜਿੱਤ ਸਕਦੇ ਹਾਂ? ਭਗਤ ਕਬੀਰ ਜੀ ਨੇ ਪਾਸ਼ੇ ਦੀ ਉਦਾਹਰਨ ਦਿੱਤੀ ਹੈ। ਪਾਸ਼ਾ ਗੁਰਮੁਖ ਪਿਆਰਿਓ, ਵੈਸੇ ਤਾਂ ਤੁਸੀਂ ਸਾਰੇ ਕਰਮਾਂ ਵਾਲੇ ਆ, ਆਪਾਂ ਪੜ੍ਹੇ ਲਿਖੇ ਬੱਚੇ ਹੋ, ਸਾਰੀਆਂ ਮੇਰੀਆਂ ਬੱਚੀਆਂ, ਕੋਈ B.Ed ਆ, ਕੋਈ M.A ਆ, ਪਰ ਇਹ ਜਿਹੜੀਆਂ ਪੁਰਾਣੀਆਂ ਗੱਲਾਂ ਇਹਨਾਂ ਨੂੰ ਸਮਝਣਾ ਪਵੇਗਾ। ਪਹਿਲਾਂ ਹੁੰਦਾ ਸੀ ਪਾਸ਼ਾ, ਸੱਥਾਂ ਦੇ ਵਿੱਚ ਖੇਡਿਆ ਜਾਂਦਾ ਸੀ, ਚੌਰਸ ਹੁੰਦਾ ਸੀ ਤੇ ਉਹਦੀਆਂ ਨਰਦਾਂ ਹੁੰਦੀਆਂ ਸੀ, ਤੇ ਫਿਰ ਉਹਦੀਆਂ ਜਿਹੜੀਆਂ ਕੌਡੀਆਂ ਹੁੰਦੀਆਂ ਸੀ, ਕੌਡੀਆਂ ਨਾਲ ਦਾਣੇ ਆਉਂਦੇ ਸੀ। ਜਿਵੇਂ ਆਪਾਂ ਮੰਨ ਲਓ ਜਿਵੇਂ ਅੱਜ ਦੀ ਤਰੀਕ ਦੇ ਵਿੱਚ ਲੁੱਡੋ ਆ, ਲੁੱਡੋ ਦੇ ਵਾਂਗੂ ਉਹ ਖੇਡਿਆ ਜਾਂਦਾ ਸੀ। ਤੇ ਫਿਰ 4 ਬੰਦੇ ਬੈਠਦੇ ਸੀ ਖੇਡਣ, ਤੇ ਉਹ ਨਰਦ ਆ ਜਿਹੜੀ, ਉਹ ਘੁੰਮ ਕੇ ਤੁਰਨਾ ਵੀ ਜ਼ਰੂਰੀ ਹੁੰਦਾ ਸੀ। ਨਰਦ ਨੇ ਇੱਥੋਂ ਚੱਲਣਾ, ਇੱਧਰੋਂ ਮੰਨ ਲਓ ਇਸ ਘਰ 'ਚੋਂ ਮੇਰੇ 'ਚੋਂ ਸ਼ੁਰੂ ਹੋ ਕੇ ਨਰਦ ਨੇ ਸਾਰੇ ਗੇੜਾ ਕੱਢ ਕੇ ਇਸ ਘਰ ਦੇ ਵਿੱਚ ਸੇਫ ਆਉਣਾ ਹੁੰਦਾ ਸੀ। ਜਿਹੜੀ ਨਰਦ ਸੇਫ ਆ ਜਾਂਦੀ ਸੀ ਉਹਨੂੰ ਕਹਿੰਦੇ ਸੀ ਵੀ ਇਹ ਨਰਦ ਪੁੱਗ ਗਈ, ਭਾਵ ਕਿ ਸਫਲ ਹੋ ਗਈ। ਤੇ ਹੁਣ ਉਹ ਜਿਹੜਾ ਸੀ, ਉਹ ਗਿਆਨ ਚਾਹੀਦਾ ਸੀ ਵੀ ਕਿੱਥੋਂ ਚੱਲਣਾ ਤੇ ਕਿਵੇਂ ਚੱਲਣਾ। ਇਸੇ ਤਰ੍ਹਾਂ ਸਾਡੀ ਜੀਵਨ ਦੀ ਬਾਜੀ ਹੈ। ਅੱਜ ਉਹ ਉਦਾਹਰਨ ਦੇ ਕੇ ਪਾਸ਼ਾ ਖੇਡਣਾ ਵੀ ਸਿੱਖਣਾ ਪੈਂਦਾ ਸੀ। ਸਿੱਖੇ ਤੋਂ ਬਿਨਾਂ ਨਹੀਂ ਆ ਸਕਦੀ ਕੋਈ ਚੀਜ਼, ਹੈ ਨਾ। ਜਿਵੇਂ ਆਪਾਂ ਬਾਹਰੋਂ ਗਿਆਨ ਲੈਂਦੇ ਹਾਂ, ਅਸੀਂ ਬਾਹਰੋਂ ਜਦੋਂ ਬੱਚੇ ਸਾਡੇ ਪੜ੍ਹਦੇ ਆ, ਕਿੰਨਾ ਪੜ੍ਹਨਾ ਪੈਂਦਾ, ਕਿੰਨਾ ਕਮਲੇ ਹੋਣਾ ਪੈਂਦਾ ਦੇਖ ਲਓ। ਤੇ ਇੱਧਰਲੇ ਪਾਸੇ ਨੂੰ ਆਪਣਾ ਧਿਆਨ ਥੋੜ੍ਹਾ ਜਿਹਾ ਘੱਟ ਆ। ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਆਪਾਂ ਨੂੰ ਸਮਾਂ ਮਿਲਿਆ। ਆਓ ਮਨਵਿਰਤੀਆਂ ਇਕਾਗਰ ਕਰਕੇ ਅੱਜ ਗਿਆਨ, ਇਹ ਜਿਹੜੇ ਗਿਆਨ ਦੇ ਭੰਡਾਰੇ ਆ, ਇਹ ਲੈ ਲਈਏ। ਇਹ ਸਮਝ ਲਈਏ ਕਿ ਮਨ ਜੀਤੇ ਜਗ ਜੀਤ। ਮਨ ਜਿਹਨੇ ਜਿੱਤ ਲਿਆ ਨਾ, ਸਮਝ ਲਓ ਸਾਰਾ ਕੁਝ ਹੀ ਠੀਕ ਹੋ ਗਿਆ। ਮਨ ਇੱਕ ਬੱਚੇ ਦੀ ਤਰ੍ਹਾਂ, ਜਿਵੇਂ ਇੱਕ ਮਾਂ ਤੇ ਪੁੱਤਰ ਜਾਂਦੇ ਆ ਮੇਲੇ ਦੇ ਵਿੱਚ। ਹੁਣ ਨਿਆਣੇ ਨੂੰ ਖੰਘ ਹੋਈ ਆ, ਨਿਆਣਾ ਕਹਿੰਦਾ ਮੈਂ ਤਲੀਆਂ ਚੀਜ਼ਾਂ ਆ ਵੀ ਲੈਣਾ, ਆ ਵੀ ਲੈਣਾ, ਆ ਵੀ ਲੈਣਾ। ਮਾਂ ਜਿਹੜੀ ਸਿਆਣੀ ਹੈ, ਮੱਤ ਜਿਹੜੀ ਸਿਆਣੀ ਹੈ, ਉਹ ਕਹਿੰਦੀ ਨਹੀਂ, ਤੂੰ ਆ ਨਹੀਂ ਲੈਣਾ, ਤੂੰ ਆ ਵੀ ਨਹੀਂ ਲੈਣਾ।
ਉਹ ਮੇਲਾ ਵੀ ਦਿਖਾ ਦਿੰਦੀ ਹੈ ਤੇ ਆਪਣੇ ਘਰ ਨੂੰ ਵਾਪਸ ਵੀ ਲੈ ਜਾਂਦੀ ਹੈ, ਬਿਮਾਰ ਵੀ ਨਹੀਂ ਹੋਣ ਦਿੰਦੀ ਬੱਚੇ ਨੂੰ। ਇਸੇ ਤਰ੍ਹਾਂ ਸਾਡੀ ਮੱਤ ਜੇ ਉੱਚੀ ਹੋਊਗੀ ਤੇ ਮਨ ਨੇ ਭਟਕਣਾ ਹੀ ਭਟਕਣਾ, ਮਨ ਨੇ ਹਰੇਕ ਚੀਜ਼ ਤੇ ਡੋਲਣਾ ਹੀ ਡੋਲਣਾ, ਤੇ ਮੱਤ ਨੇ, ਬੁੱਧੀ ਨੇ ਉਹਨੂੰ ਸਮਝਾਉਣਾ ਹੁੰਦਾ। ਆਓ ਸਮਝੀਏ ਭਗਤ ਕਬੀਰ ਜੀ ਦੀ ਰਸਨਾ ਤੋਂ ਇਹ ਗਿਆਨ ਆਪਾਂ ਨੂੰ ਮਿਲ ਰਿਹਾ। ਮਨ ਬਿਰਤੀਆਂ ਇਕਾਗਰ ਕਰਕੇ ਆਪਾਂ ਪ੍ਰਾਪਤ ਕਰਨਾ ਹੈ ਜੀ। ਸੂਹੀ ਕਬੀਰ ਜੀਓ ਲਲਤ, ਸੂਹੀ ਰਾਗ ਦੇ ਵਿੱਚ ਭਗਤ ਕਬੀਰ ਜੀ ਫਰਮਾਨ ਕਰ ਰਹੇ ਹਨ, ਗੁਰਬਾਣੀ ਨੂੰ ਸਮਝਣ ਦੇ ਜਿਹੜੇ ਨੁਕਤੇ ਆ ਦੋ, ਆਪਾਂ ਉਹ ਬਿਲਕੁਲ ਧਿਆਨ ਦੇ ਵਿੱਚ ਰੱਖਣੇ ਆ। ਇੱਕ ਤਾਂ ਮੈਨੂੰ ਸਮਝਾਇਆ ਜਾ ਰਿਹਾ, ਹੁਣ ਸਮਝਾਇਆ ਜਾ ਰਿਹਾ। ਦੂਜਾ, ਇੱਕ ਓਅੰਕਾਰ ਕੋਈ ਬੰਦਾ ਨਹੀਂ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹ ਲਾਈਟ, ਉਹ ਰੋਸ਼ਨੀ, ਉਹ ਸਾਡੇ ਅੰਦਰ ਵੀ ਹੈ ਤੇ ਕਣ ਕਣ ਦੇ ਵਿੱਚ ਵੀ ਸਮਾਈ ਹੈ। ਉੱਥੇ ਤੱਕ ਅਸੀਂ ਪਹੁੰਚਣਾ, ਗੁਰ ਪ੍ਰਸਾਦ ਪ੍ਰਾਪਤ ਕਰਨਾ। ਤੇ ਰਹਾਉ ਦੀ ਪੰਕਤੀ ਨੂੰ ਸਮਝਣਾ ਪਹਿਲਾਂ ਜ਼ਰੂਰੀ ਹੁੰਦਾ, ਕਿਉਂਕਿ ਸਾਰਾ ਸ਼ਬਦ ਰਹਾਉ ਦੀ ਪੰਕਤੀ ਦੇ ਆਲੇ ਦੁਆਲੇ ਘੁੰਮਦਾ ਹੁੰਦਾ। ਹੁਣ ਇੱਥੇ ਸਮਝਾਇਆ ਗਿਆ ਰਹਾਉ ਦੀ ਪੰਕਤੀ ਦੇ ਵਿੱਚ, ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ। ਉਹ ਮੇਰੇ ਮਨਾ, ਉਹ ਮੂਰਖ ਮਨਾ, ਗੁਰੂ ਨੇ ਇੰਨਾ ਤੈਨੂੰ ਗਿਆਨ ਦੇ ਲੜ ਲਾਇਆ ਸੀ। ਦਸ਼ਮੇਸ਼ ਪਿਤਾ ਨੇ ਕਿਹਾ ਸੀ, ਆਗਿਆ ਭਾਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਲੇ। ਉਹ ਮੇਰੇ ਕਮਲਿਆ ਮਨਾ, ਤੂੰ ਕਿਤੇ ਗੁਰਬਾਣੀ ਦੇ ਨਾਲ ਜੁੜਿਆ ਹੀ ਨਹੀਂ, ਗੁਰਬਾਣੀ ਨੂੰ ਵਿਚਾਰਿਆ ਹੀ ਨਹੀਂ, ਗੁਰਬਾਣੀ ਨੂੰ ਸਮਝਿਆ ਹੀ ਨਹੀਂ। ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਇਸ ਕਰਕੇ ਤੇਰਾ ਜਨਮ ਬਿਰਥਾ ਚਲਿਆ ਗਿਆ। ਰਹਾਓ ਹੁਣ ਇੱਥੋਂ ਸਾਨੂੰ ਕੀ ਸਿੱਖਿਆ ਮਿਲਦੀ ਆ? ਅਗਰ ਅਸੀਂ ਗੁਰੂ ਦੇ ਨਾਲ ਜੁੜ ਜਾਵਾਂਗੇ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰ ਲਵਾਂਗੇ, ਆਪਣੇ ਉੱਪਰੋਂ ਲਾਗੂ ਕਰ ਲਵਾਂਗੇ, ਢਾਲ ਲਵਾਂਗੇ, ਤਾਂ ਅਸੀਂ ਬਾਜੀ ਜਿੱਤ ਕੇ ਜਾਵਾਂਗੇ। ਅਗਰ ਸਾਨੂੰ ਗੁਰੂ ਬਾਰੇ ਪਤਾ ਹੀ ਨਾ ਲੱਗਿਆ, ਗੂ ਤੋਂ ਭਾਵ ਹੁੰਦਾ ਹਨੇਰਾ ਤੇ ਰੂ ਤੋਂ ਭਾਵ ਹੁੰਦਾ ਚਾਨਣ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਜਿਹੜੇ ਗੁਰਬਾਣੀ ਨਾਲ ਜੁੜ ਕੇ ਪਾਰ ਕਰ ਗਏ ਉਹ ਧੰਨਤਾ ਦੇ ਯੋਗ ਆ। ਨਹੀਂ ਦੂਜੇ ਪਾਸੇ ਤਾਂ ਫਿਰ ਜੇ ਅਸੀਂ ਨਾ ਜੁੜੇ, ਨਾ ਗਿਆਨ ਪ੍ਰਾਪਤ ਕੀਤਾ, ਤਾਂ ਬਾਬਰਿਆਂ ਵਾਲੇ ਕੰਮ, ਕਮਲੇ ਕੰਮ ਕਰਦੇ ਰਹਿ ਗਏ ਤੇ ਜਨਮ ਜਿਹੜਾ ਬਿਰਥਾ ਚਲਿਆ ਜਾਂਦਾ ਹੈ ਜੀ। ਥਾਕੇ ਨੈਣ ਸਰਬਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਗੁਰਮੁਖ ਪਿਆਰਿਓ, ਤਿੰਨਾਂ ਗੁਣਾਂ ਦੇ ਵਿੱਚ ਜੀਵਨ ਆਪਣਾ, ਰਜੋ, ਤਮੋ ਤੇ ਸਤੋ। ਤਿੰਨਾਂ ਗੁਣਾਂ ਦੇ ਥੋੜ੍ਹੇ ਥੋੜ੍ਹੇ ਪ੍ਰਭਾਵ ਕਿਸ ਤਰ੍ਹਾਂ ਹੁੰਦੇ ਆ? ਅਗਰ ਮਨੁੱਖ ਦੇ ਉੱਪਰ ਰਾਜ ਗੁਣ ਭਾਰੂ ਹੋ ਜਾਵੇ ਤਾਂ ਮਨੁੱਖ ਬਾਹਰਲੀਆਂ ਤਰੱਕੀਆਂ ਵੱਲ ਨੂੰ ਚੱਲਦਾ, ਵੀ ਆਹ ਵੀ ਪ੍ਰਾਪਤ ਕਰ ਲਾਂ, ਬਿਜ਼ਨਸ ਵੱਡਾ ਕਰ ਲਾਂ, ਉਹ ਕਰ ਲਾਂ, ਘਰ ਬਣਾ ਲਾਂ, ਇਸ ਤਰ੍ਹਾਂ ਦੇ ਖਿਆਲ ਮਨ ਦੇ ਵਿੱਚ ਆਉਂਦੇ ਆ। ਅਗਰ ਤਮ ਗੁਣ ਦਾ ਪ੍ਰਭਾਵ ਜ਼ਿਆਦਾ ਵੱਧ ਜਾਵੇ, ਤਮ ਦਾ ਅਰਥ ਹੁੰਦਾ ਹਨੇਰਾ, ਤਾਂ ਮਨੁੱਖ ਟੱਕਰਾਂ ਮਾਰਦਾ ਫਿਰਦਾ ਹਨੇਰੇ 'ਚ, ਐਵੇਂ ਹੀ ਗਲ ਕਲਾ ਕਲੇਸ਼ ਪਈ ਜਾਂਦੇ ਆ, ਐਵੇਂ ਹੀ ਜਿਹੜਾ ਹੈ ਆਪਣੇ ਜੀਵਨ ਨੂੰ ਆਪ ਵੀ ਦੁਖੀ ਤੇ ਆਪਦੇ ਆਰ ਪਰਿਵਾਰ ਨੂੰ ਵੀ ਦੁਖੀ ਰੱਖਦਾ। ਉਸ ਤੋਂ ਬਾਅਦ ਆ ਸਤੋ ਗੁਣ। ਜਦੋਂ ਮਨੁੱਖ ਦੇ ਅੰਦਰ ਸਤੋ ਗੁਣ ਪ੍ਰਵੇਸ਼ ਕਰਦਾ, ਇਹ ਤਿੰਨੇ ਘੁੰਮਦੇ ਰਹਿੰਦੇ ਆ ਸਦਾ, ਇੱਕ ਜਿਹੜੀ ਰਹਿੰਦੀ ਨਹੀਂ, ਇਹ ਇੱਕ ਨਹੀਂ ਸਦਾ ਰਹਿੰਦੇ, ਭਾਰੂ ਮਨੁੱਖ ਤੇ ਘੁੰਮਦੇ ਰਹਿੰਦੇ ਆ ਇਹ। ਤੇ ਜਦੋਂ ਸਤੋ ਗੁਣ ਮਨ ਦੇ ਵਿੱਚ ਆ ਜਾਂਦਾ, ਫਿਰ ਮਨੁੱਖ ਆ ਜਿਹੜਾ ਸੋਚਦਾ ਵੀ ਯਾਰ ਕਾਹਦੇ ਵਾਸਤੇ ਇੰਨਾ ਜੀਵਨ ਲੰਘ ਗਿਆ, ਕੀ ਕਰਨ ਆਏ ਆ, ਕਿਸ ਵਾਸਤੇ ਆਏ ਆ, ਕਿੱਥੋਂ ਆਏ ਆ, ਕਿਉਂ ਆਏ ਆ, ਤੇ ਕਿਵੇਂ ਜੀਵਨ ਸਫਲ ਕਰਕੇ ਜਾਵਾਂਗੇ, ਇਹ ਸੋਚਾਂ ਮਨ ਦੇ ਵਿੱਚ ਆਉਂਦੀਆਂ। ਇਹਨੂੰ ਕਿਹਾ ਜਾਂਦਾ ਲੋਹਾ ਗਰਮ ਹੁੰਦਾ। ਅਗਰ ਉਸ ਸਮੇਂ ਸਤੋ ਗੁਣ ਦੇ ਵਿੱਚ ਜਦੋਂ ਸਾਡਾ ਮਨ ਆ ਥੋੜ੍ਹਾ ਜਿਹਾ ਬੈਰਾਗ ਦੇ ਵਿੱਚ ਹੁੰਦਾ, ਤੇ ਬੈਰਾਗ ਦੇ ਵਿੱਚੋਂ ਫਿਰ ਚੌਥੇ ਪਦ ਨੂੰ ਰਸਤਾ ਜਾਂਦਾ, ਭਾਈ ਆਨੰਦਤ ਅਵਸਥਾ ਪ੍ਰਾਪਤ ਕਰ ਸਕਦਾ ਮਨੁੱਖ। ਇਹ ਜਿਹੜਾ ਝੂਠੀ ਦੁਨੀਆ ਨੂੰ ਛੱਡ ਕੇ ਸੱਚੀ ਦੁਨੀਆ ਵਿੱਚ ਪ੍ਰਵੇਸ਼ ਕਰ ਸਕਦਾ, ਅਗਰ ਗੁਰੂ ਦੇ ਗਿਆਨ ਨਾਲ ਜੁੜ ਜਾਵੇ। ਜੇ ਨਹੀਂ ਗਿਆਨ ਲਿਆ ਫਿਰ ਕੀ ਹੁੰਦਾ ਜੀ? ਥਾਕੇ ਨੈਣ, ਮੇਰੀ ਨਿਗਾਹ ਥੱਕ ਗਈ, ਨਿਗਾਹ ਘਟ ਗਈ। ਸੰਸਾਰ ਨੂੰ ਦੇਖਦਿਆਂ 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 ਸਾਰੀਆਂ ਚੀਜ਼ਾਂ ਇਹ ਨਿਗਾਹ ਦੇ ਨਾਲ ਮੈਂ ਉਹ ਦੇਖੀਆਂ ਵੀ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ।
ਥੱਕ ਗਿਆ ਹੁਣ ਨਿਗਾਹ ਘਟ ਗਈ। ਸਰਬਨ ਸੁਨ ਥਾਕੇ ਕੰਨ ਮੇਰੇ, ਅੱਖਾਂ ਮੇਰੀਆਂ ਸੰਸਾਰ ਨੂੰ ਜਗਤ ਨੂੰ ਦੇਖ ਦੇਖ ਕੇ ਥੱਕ ਗਈਆਂ। ਕੰਨ ਮੇਰੇ ਜਿਹੜੇ ਦੁਨੀਆ ਦੀਆਂ ਗੱਲਾਂ, ਦੁਨੀਆ ਦੀਆਂ ਜਿਹੜੀਆਂ ਹੈਗੀਆਂ ਚੁਗਲੀਆਂ, ਨਿੰਦਿਆ, ਗਾਣੇ ਵਜਾਣੇ, ਇਹ ਸੁਣ ਸੁਣ ਥੱਕ ਗਏ। ਭਾਵ ਅਖੀਰਲਾ ਸਮਾਂ ਨੇੜੇ ਆ ਗਿਆ। ਇਹ ਕੁਝ ਕਰਦਿਆਂ ਕਰਦਿਆਂ ਉਮਰ ਬੀਤ ਗਈ। ਥਾਕੀ ਸੁੰਦਰ ਕਾਇਆ, ਜਿਹੜੀ ਇਹ ਕਾਇਆ ਸੀ, ਇਹ ਸਰੀਰ ਸੀ, ਬੜਾ ਸੁੰਦਰ ਸੀ ਜਵਾਨੀ ਵੇਲੇ, ਬੜਾ ਬਚਪਨ ਵੇਲੇ ਉੱਡ ਜੂ ਕਰਦਾ ਸੀ, ਪਰ ਇਹ ਵੀ ਥੱਕ ਗਿਆ। ਇਹ ਵੀ, ਇਹਦੇ ਤੇ ਵੀ ਬੁਢਾਪਾ ਆ ਗਿਆ। ਜਰਾ ਹਾਕ ਕੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ। ਜਰਾ ਹੁੰਦਾ ਬੁਢਾਪਾ, ਜਰਾ ਹਾਕ, ਹਾਕ ਪੈ ਗਈ ਬੁਢਾਪੇ ਦੀ। ਇਹ ਕੁਦਰਤੀ ਗੱਲਾਂ ਗੁਰਮੁਖ ਪਿਆਰਿਓ, ਅਗਰ ਗੁਰੂ ਨਾਲ ਜੁੜ ਜਾਵਾਂਗੇ ਫਿਰ ਜਵਾਨੀ ਦਾ ਵੀ ਆਨੰਦ, ਬਚਪਨ ਦਾ ਵੀ ਆਨੰਦ ਤੇ ਬੁਢਾਪੇ ਦਾ ਵੀ ਆਨੰਦ। ਅਗਰ ਨਾ ਜੁੜਾਂਗੇ ਫਿਰ ਇਹ ਸਾਰਾ ਕੁਝ ਹੁੰਦਾ। ਇਹ ਜਰਾ ਹਾਕ ਕੀ ਸਭ ਮਤ ਥਾਕੀ, ਮਤ ਗਿਆਨ ਲਿਆ ਨਹੀਂ, ਇਸ ਕਰਕੇ ਜਿਹੜਾ ਪ੍ਰਮਾਤਮਾ ਵਾਲੇ ਪਾਸੇ ਤੁਰਿਆ ਨਹੀਂ। ਦੁਨੀਆ ਦੇ ਵਿੱਚ ਤਿੰਨਾਂ ਗੁਣਾਂ ਦੇ ਵਿੱਚ ਫਸ ਕੇ ਮੱਤ ਵੀ ਥੱਕ ਗਈ, ਹੁਣ ਦਿਮਾਗ ਵੀ ਕੰਮ ਕਰਨੋਂ ਥੱਕ ਗਿਆ। ਇਹ ਸੱਚੇ ਪਾਸੇ ਨੂੰ ਕਿਵੇਂ ਥੱਕ ਜਾਂਦਾ? ਉਹੋ ਜਿਹਾ ਪ੍ਰਭਾਵ ਬਣ ਜਾਂਦਾ। ਜਦੋਂ ਫਿਰ ਅਸੀਂ ਜਿੱਧਰ ਨੂੰ ਜ਼ਿਆਦਾ ਪ੍ਰਭਾਵ ਜਿਹੋ ਜਿਹਾ ਸੁਣਦੇ ਹਾਂ ਉਹੋ ਜਿਹਾ ਸਾਡੇ ਅੰਦਰ ਬਣ ਜਾਂਦਾ, ਫਿਰ ਸਿੱਧੇ ਪਾਸੇ ਨੂੰ ਚੱਲਣਾ ਬਹੁਤ ਮੁਸ਼ਕਿਲ ਹੋ ਜਾਂਦਾ। ਏਕ ਨਾ ਥਾਕ ਸਮਾਇਆ, ਸਾਰਾ ਸਰੀਰ ਵੀ ਰਹਿ ਗਿਆ, ਸਾਰਾ ਕੁਝ ਥੱਕ ਗਿਆ, ਪਰ ਏਕ ਨਾ ਥਾਕ ਸਮਾਇਆ, ਬੰਦੇ ਦਾ ਲਾਲਚ ਨਹੀਂ ਥੱਕਿਆ। ਪਿਆ ਵੀ ਕਹਿੰਦਾ ਐਂ ਕਰ ਲਓ, ਇੱਧਰੋਂ ਆ ਜਾਣ, ਇੱਧਰੋਂ ਆ ਜਾਣ, ਬੁੱਢਾ ਹੋ ਗਿਆ, ਪਰ ਇਹ ਮਾਇਆ ਦਾ ਪ੍ਰਭਾਵ ਨਹੀਂ ਘਟਿਆ, ਇੱਧਰੋਂ ਫਰਕ ਨਹੀਂ ਪਿਆ। ਕਿਉਂ ਨਹੀਂ ਪਿਆ? ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ। ਇਹ ਹੋਣਾ ਹੀ ਸੀ, ਕਿਉਂਕਿ ਤੂੰ ਗਿਆਨ ਦੇ ਲੜ ਲੱਗਿਆ ਹੀ ਨਹੀਂ, ਗੁਰਬਾਣੀ ਦੀ ਵਿਚਾਰ ਕੀਤੀ ਹੋਈ ਨਹੀਂ ਬੈਠ ਕੇ, ਇੱਧਰ ਨੂੰ ਸਮਾਂ ਕੱਢਿਆ ਹੀ ਨਹੀਂ, ਤੈਨੂੰ ਅਕਲ ਮੱਤ ਕਿੱਥੋਂ ਹੋਣੀ ਸੀ? ਬਿਰਥਾ ਜਨਮ ਗਵਾਇਆ। ਹੁਣ ਕੀ ਦੇਖਦਾ? ਅਬ ਪਛਤਾਏ ਕਿਆ ਹੋਤ, ਜਬ ਚਿੜੀਆਂ ਚੁਗ ਗਈ ਖੇਤ। ਹੁਣ ਕਿਉਂ ਪਛਤਾਉਣਾ? ਹੁਣ ਤਾਂ ਹੋ ਗਿਆ ਕੰਮ। ਸਹੀ ਰਹਿੰਦੇ ਸਮੇਂ ਤਾਂ ਹੀ ਜ਼ੋਰ ਲਾਉਂਦੇ ਆ, ਕੁੜ ਦੇ ਬਾਵਜੂਦ ਵੀ ਜਾਗ ਪੀਏ, ਜਾਗ ਪੀਏ, ਜਾਗ ਪੀਏ। ਸੁੱਤਿਆਂ ਦਾ ਕਿਤੇ ਆਈ ਜੀਵਨ ਬਰਬਾਦ ਨਾ ਹੋ ਜਾਵੇ। ਗੁਰਮੁਖ ਪਿਆਰਿਓ ਰਹਾਓ, ਤਬ ਲਗ ਪ੍ਰਾਣੀ ਤਿਸੈ ਸਰੇਵੋ, ਜਬ ਲਗ ਘਟ ਮਹਿ ਸਾਸਾ। ਸਵਾਸ ਕੌਣ ਦੇ ਰਿਹਾ? ਜੇ ਕਿਤੇ ਇਹ ਗੱਲ ਨੂੰ ਸਮਝ ਲਈ, ਉਦੋਂ ਬਾਅਦ ਮਾਇਆ ਕਮਾਉਂਦੇ ਆ, ਉਦੋਂ ਬਾਅਦ ਨੌਕਰੀਆਂ ਕਰਦੇ ਆ, ਉਦੋਂ ਬਾਅਦ ਆ ਜਿਹੜਾ ਸਾਰਾ ਕੁਝ ਹੁੰਦਾ। ਸਭ ਤੋਂ ਪਹਿਲਾਂ ਰਾਤ ਨੂੰ ਬੰਦੇ ਦੀ ਸੂਖਸ਼ਮ ਮੌਤ ਹੁੰਦੀ ਹੈ, ਜਿਹਨੂੰ ਨੀਂਦ ਕਹਿੰਦੇ ਆ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੀ ਰੱਖਿਆ ਕਰਦਾ, ਨਹੀਂ ਪਤਾ ਨਹੀਂ ਕਿੰਨੇ ਸੁੱਤੇ ਪਏ ਰਹਿ ਜਾਂਦੇ ਆ। ਸਵੇਰ ਵੇਲੇ ਉਹਦੇ ਸਵਾਸ ਦਿੱਤੇ ਆ, ਸਭ ਤੋਂ ਉਹਨੇ ਵਾਤਾਵਰਨ ਨੂੰ ਐਨ ਪੂਰਾ ਸਹੀ ਕਰਕੇ ਰੱਖਿਆ, ਸਹੀ ਆਕਸੀਜਨ ਦਿੱਤੀ ਆ, ਕੋਈ ਸੂਰਜ ਥੱਲੇ ਨਹੀਂ ਆਉਣ ਦਿੱਤਾ, ਤਾਹਾਂ ਨਹੀਂ ਚੜ੍ਹਨ ਦਿੱਤਾ, ਐਨ ਕਿੰਨੀਆਂ ਪ੍ਰਕਿਰਤੀ ਉਹਨੇ ਲਾ ਰੱਖੀ ਉਹ ਤੇਰੇ ਉੱਤੇ ਬੰਦਿਆ, ਬਈ ਤੂੰ ਸਵੇਰ ਨੂੰ ਜਾਗ ਪਵੇਂ, ਤੇਰੇ ਸਵਾਸ ਸਹੀ ਚੱਲਦੇ ਰਹਿਣ। ਕਦੇ ਸੋਚਿਆ ਪਰਮਾਤਮਾ ਜੇ ਬੰਦਾ ਜਿਉਂਦਾ ਨਾ, ਭਾਵੇਂ ਮੈਂ ਕਹਿੰਦਾ ਸਾਰਾ ਕੁਝ ਹੀ ਬਾਹਰਲਾ ਚਲਿਆ ਜਾਵੇ, ਅਗਰ ਬੰਦਾ ਜਿਉਂਦਾ ਤਾਂ ਉਹ ਪਰਮਾਤਮਾ ਅਕਾਲ ਪੁਰਖ ਦੀ ਕਿਰਪਾ, ਜਿੱਦੇ ਤਾਰਾਂ ਜੁੜ ਗਈਆਂ ਨਾ, ਜ਼ਿੰਦਗੀ ਦਾ ਸਵਾਦ ਆਜੂ। ਗੁਰਮੁਖ ਪਿਆਰਿਓ, ਉਹਨੇ ਪ੍ਰਕਿਰਤੀ ਨੂੰ ਕਿੱਡੀ ਨੂੰ ਘੜ ਕੇ ਤੇਰੇ ਵਾਸਤੇ ਰੱਖਿਆ ਹੋਇਆ, ਉਹ ਤੈਨੂੰ ਜਿਉਂਦਾ ਰੱਖਿਆ ਹੋਇਆ, ਤੂੰ ਫੇਰ ਨਹੀਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ। ਉੱਠਦਾ ਉੱਠ ਕੇ ਫੇਰ ਮਾਇਆ, ਸੌਣਾ ਫੇਰ ਮਾਇਆ, ਰਾਤ ਨੂੰ ਸੁੱਤੇ ਪਏ ਦੇ ਮਾਇਆ ਮਾਇਆ ਮਾਇਆ। ਇਹਦੇ ਵਿੱਚੋਂ ਨਿਕਲਣ ਦੀ ਵੀ ਕਿਤੇ ਸੋਚ ਮੇਰੇ ਮਨਾ। ਤਬ ਲਗ ਪ੍ਰਾਣੀ ਤਿਸੈ ਸਰੇਵੋ। ਹੁਣ ਜਿੰਨਾ ਚਿਰ ਉਹਦੇ ਸਵਾਸ ਚੱਲਦੇ ਆ, ਸਵਾਸਾਂ ਦੇ ਬਦਲੇ 'ਚ ਉਹਦਾ ਧੰਨਵਾਦ ਆਟੋਮੈਟਿਕ ਹੀ ਹਰੇਕ ਸਵਾਸ ਹੋਣਾ ਚਾਹੀਦਾ, ਧੰਨ ਹੋਣੀ ਚਾਹੀਦੀ। ਕਿੰਨਾ ਚਿਰ ਹੋਣੀ ਚਾਹੀਦੀ ਹੈ? ਜਿੰਨਾ ਚਿਰ ਸਵਾਸ ਚੱਲਦੇ ਆ। ਉਹ ਦੇ ਰਿਹਾ, ਤੂੰ ਬਦਲੇ 'ਚ ਉਹਦਾ ਥੈਂਕ ਯੂ ਤਾਂ ਕਰਦੇ। ਕੋਈ ਪਾਣੀ ਦਾ ਗਲਾਸ ਦਿੰਦਾ, ਉਹਦਾ ਵੀ ਧੰਨਵਾਦ ਕਰਦੇ ਆ। ਉਹ ਸਵਾਸ ਚਲਾ ਰਿਹਾ ਯਾਰ, ਉਹਦਾ ਤਾਂ ਧੰਨਵਾਦ ਕਰਿਆ ਕਰ। ਤਿਸੈ ਸਰੇਵੋ ਜਬ ਲਗ ਘਟ ਮਹਿ ਸਾਸਾ। ਕਿੰਨਾ ਚਿਰ? ਹੁਣ ਇੱਥੇ ਹਿਸਾਬ ਕਿਤਾਬ ਰੱਬ ਨਾਲ ਕਿੱਥੋਂ ਹੋ ਜਾਊਗਾ? ਗਿਣਤੀਆਂ ਮਿਣਤੀਆਂ 'ਚ ਰੱਬ ਪਾਇਆ ਹੀ ਨਹੀਂ ਜਾ ਸਕਦਾ। ਜਿੰਨਾ ਚਿਰ ਘਟ ਮਹਿ ਸਾਸਾ, ਹਰੇਕ ਸਵਾਸ ਦੇ ਰਿਹਾ, ਸਵਾਸ ਦੇ ਬਦਲੇ ਕਰੀ ਚੱਲ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਕਿੰਨਾ ਹੋ ਜਾਊਗਾ ਦੇਖ ਲਾ।
ਤੇ ਜੇ ਕਿਤੇ ਇਹ ਸਮਝ ਜਾਵੇਂ ਕਿ ਸਾਰਾ ਕੁਝ ਹੈ ਹੀ ਉਹਦਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜੇ ਘਟ ਜਾਏ ਤਾਂ ਭਾਓ ਨਾ ਜਾਸੀ, ਹਰ ਕੇ ਚਰਨ ਨਿਵਾਸਾ। ਜੇ ਕਿਤੇ ਇਹ ਸਰੀਰ ਚਲਿਆ ਵੀ ਜਾਵੇ ਕੋਈ ਦੁੱਖ ਨਹੀਂ। ਜਦੋਂ ਗੁਰੂ ਦੇ ਰਸਤੇ ਤੇ ਚਲਦਿਆਂ ਚਲਦਿਆਂ ਅਗਰ ਸਰੀਰ ਰੂਪੀ ਘੋੜਾ ਜਵਾਬ ਦੇ ਜਾਵੇ ਕੋਈ ਦੁੱਖ ਨਹੀਂ ਹੈ। ਜੇ ਘਟ ਜਾਏ ਤਾਂ ਭਾਓ ਨਾ ਜਾਸੀ, ਪਰ ਮੇਰਾ ਪ੍ਰੇਮ ਨਾ ਪਰਮਾਤਮਾ ਵਾਲੇ ਪਾਸਿਓਂ ਟੁੱਟੇ, ਮੇਰਾ ਗੁਰਬਾਣੀ ਦੇ ਨਾਲ ਸਿੱਖ ਦਾ ਪ੍ਰੇਮ ਨਾ ਟੁੱਟੇ ਗੁਰੂ ਤੋਂ। ਜਦੋਂ ਆਰਾ ਚੱਲਦਾ ਸੀ ਨਾ ਸੀਸ ਤੇ ਆਖਰੀ ਇੱਛਾ ਪੁੱਛੀ ਸੀ ਭਾਈ ਮਤੀ ਦਾਸ ਜੀ ਨੂੰ। ਭਾਈ ਮਤੀ ਦਾਸ ਜੀ ਨੇ ਕੀ ਕਿਹਾ ਸੀ, ਜਦ ਆਰਾ ਚੱਲਦਾ ਹੋਊ ਸੀਸ ਉੱਤੇ ਮੇਰਾ ਮੂੰਹ ਪਿੰਜਰੇ ਵੱਲ ਕਰ ਦਿਓ, ਮੇਰਾ ਗੁਰੂ ਵੱਲੋਂ ਮੁੱਖ ਨਾ ਮੁੜ ਜਾਵੇ ਕਿਤੇ। ਇਸ ਤਰ੍ਹਾਂ ਪਰਮਾਤਮਾ ਵੱਲ ਨੂੰ ਮੁੱਖ ਰੱਖਣਾ। ਸਰੀਰ ਜਾਂਦਾ ਤਾਂ ਜਾਵੇ, ਜੇ ਘਟ ਜਾਏ ਤਾਂ ਭਾਓ ਨਾ ਜਾਸੀ, ਪਰਮਾਤਮਾ ਤੋਂ ਪ੍ਰੇਮ ਨਾ ਟੁੱਟੇ। ਹਰ ਕੇ ਚਰਨ ਨਿਵਾਸਾ, ਹਰੀ ਦੇ ਚਰਨਾਂ ਦਾ ਨਿਵਾਸ ਘੁੱਟ ਕੇ ਪਕੜ ਲਈਏ। ਹਰੀ ਦੇ ਚਰਨ ਕੀ ਹੈ? ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕੀ ਹੈ? ਗੁਰੂ ਦੇ ਉਪਦੇਸ਼। ਇਹਨਾਂ ਨੂੰ ਘੁੱਟ ਕੇ ਹਿਰਦੇ 'ਚ ਲਾ ਕੇ ਰੱਖਣਾ, ਇਸ ਆਤਮਿਕ ਗਿਆਨ ਨੂੰ। ਜਿਸ ਕੋ ਸ਼ਬਦ ਵਸਾਵੈ ਅੰਤਰ, ਚੂਕੈ ਤਿਸਹਿ ਪਿਆਸਾ। ਦੂਜੇ ਪਾਸੇ ਇੱਕ ਉਦਾਹਰਨ ਦਿੱਤੀ ਸੀ ਕਿ ਮੈਂ ਬੁੱਢਾ ਹੋ ਗਿਆ, ਚਿੱਟਿਆ ਸਰੀਰ ਰਹਿ ਗਿਆ, ਸਾਰਾ ਚਿੱਟੀ ਦਾੜੀ ਹੋ ਗਈ, ਸਾਰਾ ਕੁਝ ਐਨ ਰਹਿ ਗਿਆ, ਪਰ ਪਛਤਾਵਾ ਪੱਲੇ ਆ ਕੁਛ ਨਹੀਂ। ਦੂਜੇ ਪਾਸੇ ਜਿਸ ਕੋ ਸ਼ਬਦ ਵਸਾਵੈ ਅੰਤਰ, ਉਹ ਮਨਮੁਖ ਦੀ ਅਵਸਥਾ ਸੀ, ਹੁਣ ਗੁਰਮੁਖ ਦੀ ਅਵਸਥਾ। ਜਿਸ ਕੋ ਸ਼ਬਦ ਵਸਾਵੈ ਅੰਤਰ, ਜਿਹੜਾ ਸ਼ਬਦ ਨਾਲ ਜੁੜਦਾ ਹੈ, ਜਿਹੜਾ ਸ਼ਬਦ ਨੂੰ ਅੰਦਰ ਲੈ ਜਾਂਦਾ ਹੈ, ਜਿਹੜਾ ਸ਼ਬਦ ਨੂੰ ਗਿਆਨ ਬਣਾ ਕੇ ਅੰਦਰ ਘੁੱਟਾਂ ਭਰ ਲੈਂਦਾ। ਜਿਵੇਂ ਬਾਹਰਲਾ ਗਿਆਨ ਲੈਂਦੇ ਹਾਂ ਆਪਾਂ, ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਜੇ ਇੰਨੀ ਮਿਹਨਤ ਇੱਧਰਲੇ ਪਾਸੇ ਨੂੰ ਕਰ ਲਈਏ ਅੰਦਰੋਂ, ਤਾਂ ਮਨ ਵੀ ਸਾਡਾ ਜਿਹੜਾ ਪੜ੍ਹ ਲਿਖ ਸਕਦਾ, ਇੱਕ ਵਧੀਆ ਇਨਸਾਨ ਬਣ ਸਕਦੇ ਹਾਂ ਅਸੀਂ। ਵਸਾਵੈ ਅੰਤਰ, ਚੂਕੈ ਤਿਸਹਿ ਪਿਆਸਾ। ਪਿਆਸ ਆ ਜਿਹੜੀ ਮਨ ਦੀ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਇਹ ਮਿਟਦੀ ਨਹੀਂ। ਗੁਰੂ ਦੇ ਗਿਆਨ ਤੋਂ ਬਿਨਾਂ ਇਹ ਪਿਆਸ ਮਿਟਦੀ ਨਹੀਂ। ਜਿਨ੍ਹਾਂ ਦੇ ਅੰਦਰ ਸ਼ਬਦ ਵਸ ਜਾਂਦਾ ਉਹਨਾਂ ਦੀ ਪਿਆਸ ਮਾਇਆ ਵਾਲੇ ਪਾਸਿਓਂ ਮਿਟ ਜਾਂਦੀ ਹੈ, ਤਾਂ ਉਧਰੋਂ ਪਿਆਸ ਮਿਟਦੀ ਹੈ ਤਾਂ ਨਾਮ ਵਾਲੇ ਪਾਸੇ ਨੂੰ ਚੱਲਦੇ ਹਨ। ਹੁਕਮੈ ਬੂਝੈ ਚੌਪੜ ਖੇਲੈ, ਮਨ ਜਿਣ ਢਾਲੇ ਪਾਸਾ। ਹੁਕਮ ਹੈ, ਬੂਝੈ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਆ, ਇੱਕ ਰਸ ਵਿਆਪਕ ਆ, ਉਹਦੇ ਕੁਝ ਅਸੂਲ ਆ, ਉਹਦੇ ਹੁਕਮ ਆ, ਉਹਦੇ ਨਿਯਮ ਆ, ਜੋ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਉਹਦੇ ਨਿਯਮਾਂ ਦੇ ਮੁਤਾਬਕ ਚੱਲੀ ਭਾਈ। ਕਿਸੇ ਵੀ ਦੇਸ਼ ਦੇ ਨਿਯਮ ਹੁੰਦੇ ਆ ਗੁਰਮੁਖ ਪਿਆਰਿਓ, ਜੇ ਨਿਯਮਾਂ ਦੇ ਮੁਤਾਬਕ ਚੱਲਾਂਗੇ ਤਾਂ ਠੀਕ ਆ। ਜਿਵੇਂ ਮੰਨ ਲਓ ਆਪਣੇ ਦੇਸ਼ ਦਾ ਨਿਯਮ ਆ ਵੀ ਖੱਬੇ ਚੱਲਣਾ, ਅਗਰ ਅਸੀਂ ਜਿੱਦ ਨਾਲ ਸੱਜੇ ਚੱਲਾਂਗੇ ਤਾਂ ਐਕਸੀਡੈਂਟ ਪੱਕਾ। ਖੱਬੇ ਚੱਲਾਂਗੇ ਠੀਕ ਆ, ਸੱਜੇ ਚੱਲਾਂਗੇ ਨਾਲੇ ਐਕਸੀਡੈਂਟ ਨਾਲੇ ਪੁਲਿਸ ਫੜੂ। ਇਸੇ ਤਰ੍ਹਾਂ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵੀ ਕਾਨੂੰਨ ਆ, ਉਹਦੇ ਨਿਯਮ ਆ ਜਿਹੜੇ ਗੁਰਬਾਣੀ ਦੇ ਵਿੱਚ ਸਮਝਾਏ ਗਏ ਆ। ਜਦੋਂ ਅਸੀਂ ਗੁਰਬਾਣੀ ਦਾ ਗਿਆਨ ਲਵਾਂਗੇ ਫਿਰ ਉਹਨਾਂ ਨਿਯਮਾਂ ਨੂੰ ਸਮਝ ਲਾਂਗੇ। ਹੁਕਮ ਹੈ ਬੂਝੈ, ਉਸ ਹੁਕਮ ਦੇ ਹੁਕਮ ਨੂੰ ਬੁੱਝ ਕੇ ਚੌਪੜ ਖੇਲੈ। ਚੌਪੜ ਉਹੀ ਜਿਹੜਾ ਚਾਰ ਕ੍ਰੋਸ ਦੀ ਤਰ੍ਹਾਂ, ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪਾਸਾ, ਚੌਪੜ ਉਹਨੂੰ ਕਹਿੰਦੇ ਆ ਕਿਉਂਕਿ ਚਾਰ ਉਹ ਕ੍ਰੋਸ ਵਾਂਗੂ ਹੁੰਦਾ, ਸੈਂਟਰ ਦੇ ਵਿੱਚ ਉਹਦੇ ਪਈਆਂ ਹੁੰਦੀਆਂ ਉਹ ਨਰਦਾਂ, ਫਿਰ ਉਹ ਇੱਕ ਇੱਕ ਖੇਲ ਕੇ ਐ ਸਾਰੇ ਘੁੰਮ ਕੇ ਆਉਂਦੀ ਹੈ। ਚੌਪੜ ਖੇਲੈ, ਮਨ ਜਿਣ ਢਾਲੇ ਪਾਸਾ। ਮਨ ਨੂੰ ਕਿਵੇਂ ਜਿੱਤਣਾ, ਮਨ ਨੂੰ ਕਿਵੇਂ ਇਸ ਦੁਨੀਆ ਦੇ ਵਿੱਚ ਘੁਮਾ ਕੇ ਸੇਫ ਆਪਣੇ ਘਰ ਨੂੰ ਲੈ ਕੇ ਆਉਣਾ, ਆਹ ਕਲਾਕਾਰੀ ਆ, ਆਹ ਸਿੱਖਣਾ। ਦੁਨੀਆ ਦੇ ਵਿੱਚ ਅਗਿਆਨਤਾ ਦੇ ਕਾਰਨ ਦੁਨੀਆ ਦੇ ਵਿੱਚ ਔਗਣ ਆ, ਉਹਨਾਂ ਔਗਣਾਂ ਦੇ ਵਿੱਚ ਦੀ ਆਪਣੇ ਮਨ ਨੂੰ, ਆਪਣੇ ਜੀਵਨ ਨੂੰ ਨਿਘਾ ਲੈਣਾ ਗਿਆਨਵਾਨ ਹੋ ਕੇ। ਇਹ ਆ ਜੀਵਨ ਦੀ ਬਾਜੀ ਜਿੱਤ ਲੈਣੀ, ਮਨ ਨੂੰ ਜਿੱਤ ਲੈਣਾ, ਮਨ ਨੂੰ ਕਾਲਸ ਨਾ ਲੱਗਣ ਦੇਣੀ। ਜੋ ਜਨ ਜਾਨ ਭਜਹਿ ਅਵਿਗਤ ਕਉ, ਤਿਨ ਕਾ ਕਛੂ ਨ ਨਾਸਾ। ਨਾਸ ਹੋ ਜਾਂਦਾ ਸਾਡਾ ਸਾਰਾ ਕੁਝ, ਅਸੀਂ ਖਤਮ ਕਰਕੇ ਇੱਥੋਂ ਖਾਲੀ ਹੱਥ ਪਛਤਾਉਂਦੇ ਜਾਂਦੇ ਆ ਦੁਨੀਆ ਤੋਂ। ਕਿਉਂ? ਕਿਉਂਕਿ ਜਿੱਧਰ ਧਿਆਨ ਲੱਗਿਆ ਹੋਇਆ ਉਹ ਮਟੀਰੀਅਲ ਵਰਲਡ ਦੇ ਵਿੱਚੋਂ ਅਖੀਰ ਦੇ ਵਿੱਚ ਕੁਝ ਨਹੀਂ ਜਾਣਾ ਨਾਲ। ਸਾਰੀਆਂ ਟੱਕਰਾਂ ਮਾਰੀਆਂ
ਮਨੁੱਖ ਨੂੰ ਜਦੋਂ ਅਖੀਰ ਵੇਲੇ ਆ ਡਡਿਆਈਆਂ ਨਿਗਾਹ ਨਾਲ ਦੇਖਦਾ ਵੀ ਆਹ ਤਾਂ ਆ ਵੀ ਮੇਰਾ ਪਾਪ ਪਤਾ ਨਹੀਂ ਕਿੰਨੇ ਕਰ ਲੈਂਦਾ, ਉਹਦੇ ਵਾਸਤੇ ਉਹ ਪਾਪ ਦਾ ਨਾਲ ਜਾਂਦੇ ਆ। ਪਰ ਜਦੋਂ ਖਿੱਚਦੇ ਆਏ, ਜਦੋਂ ਜਾਨ ਨਿਕਲਦੀ ਆ ਤੇ ਫਿਰ ਬੰਦਾ ਝਾਕਦਾ। ਪਰ ਜੇ ਪਹਿਲਾਂ ਰਹਿੰਦੇ ਸਮੇਂ 'ਚ ਸਮਝ ਜਾਵੇ, ਜੋ ਜਾਨ ਭਜੈ ਅਭਿਗਤ ਕੋ, ਜਿਹੜੇ ਪ੍ਰਮਾਤਮਾ ਦੇ ਵੱਲ ਨੂੰ ਚੱਲਦੇ ਆ, ਮਾਇਆ ਤੋਂ ਉੱਪਰ ਉਹੀ ਹੋਣਗੇ ਨਾ। ਨਹੀਂ ਤਾਂ ਤਿੰਨਾਂ ਗੁਣਾਂ ਦੇ ਵਿੱਚ ਸਾਰਾ ਕੁਝ ਹੋ ਰਿਹਾ, ਮਾਇਆ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ। ਜਿਹੜੇ ਜਨ ਬਣ ਕੇ, ਦਾਸ ਬਣ ਕੇ, ਸਿੱਖ ਗੁਰੂ ਦੇ ਬਣ ਕੇ ਅਭਿਗਤ ਤੱਕ ਪਹੁੰਚ ਜਾਂਦੇ ਆ, ਤਿੰਨਾਂ ਗੁਣਾਂ ਤੋਂ ਉੱਪਰ ਹੋ ਜਾਂਦੇ ਆ, ਤਿੰਨ ਕਾ ਕਛੂ ਨਾ ਨਾਸਾ, ਉਹ ਆਪਣਾ ਕੁਝ ਵੀ ਨਾਸ ਨਹੀਂ ਕਰਦੇ, ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਨ। ਜ਼ਿਆਦਾ ਮਨੁੱਖ ਤਿੰਨਾਂ ਗੁਣਾਂ ਦੇ ਵਿੱਚ ਰਹਿ ਕੇ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਹਨ। ਤੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਹਨ, ਆਤਮਿਕ ਗਿਆਨ ਨਾਲ ਜੁੜ ਜਾਂਦੇ ਹਨ, ਉਹ ਤਿੰਨਾਂ ਗੁਣਾਂ ਤੋਂ ਪਾਰ ਹੋ ਜਾਂਦੇ ਹਨ, ਚੌਥੇ ਪਦ ਦੇ ਵਾਸੀ ਹੋ ਜਾਂਦੇ ਹਨ, ਉਨਮਨ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹਨ। ਸਤਿਗੁਰ ਕੇ ਜਨਮੈ ਗਗਨ ਮਟਾਇਆ ਵਾਲਾ ਕਾਰਜ ਕਰ ਲੈਂਦੇ ਹਨ। ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰ ਕੇ ਇੱਥੋਂ ਜਾਂਦੇ ਹਨ। ਤੇ ਜੇ ਗੁਰੂ ਨਾਲ ਨਾ ਜੁੜੇ ਫਿਰ ਜੀਵਨ ਦੀ ਬਾਜੀ ਹਾਰ ਕੇ ਜਾਵਾਂਗੇ ਭਾਈ। ਕਹੋ ਕਬੀਰ ਤੇ ਜਨ ਕਬੂ ਨਾ ਹਾਰਹਿ, ਢਾਲ ਜੋ ਜਨ ਹੈ ਪਾਸਾ। ਭਗਤ ਕਬੀਰ ਜੀ ਅਖੀਰਲੀ ਪੰਕਤੀ ਵਿੱਚ ਸਮਝਾ ਰਹੇ ਹਨ, ਤੇ ਜਨ ਉਹ ਦਾਸ ਬਣ ਜਾਂਦੇ ਆ, ਚਾਹੇ ਬੀਬੀ ਹੋਵੇ, ਬੰਦਾ ਹੋਵੇ, ਬੱਚਾ ਹੋਵੇ। ਇਹ ਜਿਹੜਾ ਕਾਰਜ ਜਿਨ੍ਹਾਂ ਦਾ ਅੰਦਰਲਾ ਜ਼ਿੰਦਗੀ 'ਚ ਇੱਕ ਵਾਰੀ ਹੋਣਾ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰਿਆ, ਉਦੋਂ ਬਾਅਦ ਦੀ ਜ਼ਿੰਦਗੀ ਆਨੰਦਿਤ ਹੋਣੀ ਹੈ ਭਾਈ, ਜਦੋਂ ਮਰਜ਼ੀ ਕਰ ਲਈਏ। ਕਹੋ ਕਬੀਰ ਤੇ ਜਨ ਕਬੂ ਨਾ ਹਾਰੈ, ਉਹ ਜਨ ਕਦੇ ਨਹੀਂ ਹਾਰਦੇ ਜ਼ਿੰਦਗੀ ਦੀ ਬਾਜੀ ਨੂੰ। ਕੌਣ ਜੀ? ਢਾਲ ਜੋ ਜਾਣੈ ਪਾਸਾ, ਜਿਹੜੇ ਪਾਸਾ ਜ਼ਿੰਦਗੀ ਦੇ ਉਹਦੀ ਚੌਪੜ ਦੇ ਵਿੱਚ ਕੌਣ ਨਹੀਂ ਹਾਰਦੇ? ਜਿਹੜੇ ਪੂਰੇ ਤੇਜ਼ ਹੁੰਦੇ ਆ, ਜਿਹੜੇ ਸਿੱਖੇ ਹੁੰਦੇ ਆ। ਤੇ ਜਿਹੜਾ ਨਵਾਂ ਜਾ ਕੇ ਬੈਠੂ, ਉਹ ਤਾਂ ਜਿਹਨੂੰ ਪਤਾ ਹੀ ਨਹੀਂ ਕਿੱਧਰ ਨੂੰ ਚੱਲਣਾ, ਕਿਵੇਂ ਕਰਨਾ, ਕੀ ਗੱਲ ਕੀ ਬਾਤ, ਉਹਨੇ ਹਾਰ ਕੇ ਜਾਣਾ। ਜਿਹੜਾ ਭਾਈ ਗੁਰੂ ਦੇ ਗਿਆਨ ਮੁਤਾਬਕ ਚੱਲਦਾ, ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ। ਕਬੂ ਨਾ ਹਾਰਹਿ, ਢਾਲ ਜੋ ਜਾਣੈ ਪਾਸਾ, ਜਿਹੜੇ ਪਾਸੇ ਨੂੰ ਜਾਣ ਲੈਂਦੇ ਆ। ਜ਼ਿੰਦਗੀ ਦੀ ਚੌਪੜ ਆ, ਸਮਝ ਲਓ ਇਹ ਬਾਹਰਲੀ ਉਦਾਹਰਨ ਆ, ਅਸੀਂ ਜ਼ਿੰਦਗੀ ਕਿਵੇਂ ਕੱਟਣੀ ਹੈ ਬਸ ਉਹ ਇੱਕ ਐਂ ਸਮਝ ਲਓ ਗੁਰਮੁਖ ਪਿਆਰਿਓ, ਸੌਖੀ ਜੀ ਉਦਾਹਰਨ ਆ ਅਖੀਰ ਦੇ ਵਿੱਚ। ਇੱਕ ਬਈ ਜਿਵੇਂ ਮੱਛੀ ਆ, ਮੱਛੀ ਨੂੰ ਪਾਣੀ ਦੇ ਵਿੱਚ ਹੀ ਸਾਰਾ ਕੁਝ ਮਿਲਦਾ, ਉਹਨੂੰ ਇੱਕ ਹੁਕਮ ਆ ਬਈ ਪਾਣੀ ਤੋਂ ਬਾਹਰ ਨਹੀਂ ਤਾਂ ਨਿਕਲਣਾ। ਬਾਹਰ ਨਿਕਲੇਗੀ ਤੈਨੂੰ ਬਾਹਰੋਂ ਭੋਜਨ ਪਾਇਆ ਜਾਊਗਾ, ਕੁੰਡੀ ਫਸੂਗੀ, ਆਪਣੀ ਜਾਨ ਗਵਾ ਲੇਂਗੀ। ਜਿਹੜੀਆਂ ਮੱਛੀਆਂ ਇਹ ਹੁਕਮ ਨੂੰ ਮੰਨ ਲੈਂਦੀਆਂ ਉਹ ਵਧੀਆ ਰਹਿੰਦੀਆਂ, ਜਿਹੜੀਆਂ ਲਾਲਚ ਕਰਕੇ ਉਹ ਹੁਕਮ ਨੂੰ ਨਹੀਂ ਮੰਨਦੀਆਂ ਉਹ ਕੁੰਡੀ 'ਚ ਫਸਦੀਆਂ। ਜਿਹੜਾ ਸਿੱਖ ਉੱਧਰ ਪਾਣੀ 'ਚ ਮੱਛੀ ਆਨੰਦ ਲੈਂਦੀ ਹੈ, ਇੱਧਰ ਬਾਣੀ ਦੇ ਨਾਲ ਜਿਹੜਾ ਸਿੱਖ ਜੁੜ ਗਿਆ, ਉਹਨੂੰ ਪਤਾ ਲੱਗ ਜਾਣਾ ਵੀ ਮੈਂ ਆਹ ਕੰਮ ਨਹੀਂ ਕਰਨਾ, ਆਹ ਭੋਜਨ ਨਹੀਂ ਛਕਣਾ, ਤੇ ਉਹ ਆਨੰਦ ਮਾਣ ਕੇ ਜਾਂਦੇ ਆ। ਤੇ ਜਿਹੜੇ ਭਾਈ ਨਹੀਂ ਗੁਰਬਾਣੀ ਦਾ ਗਿਆਨ ਲੈਂਦੇ, ਉਹ ਫਿਰ ਮਨਮੁਖ ਬਣ ਜਾਂਦੇ ਆ। ਕਹਿ ਆਪਾਂ ਕਿਸੇ ਨੂੰ ਸਕਦੇ ਨਹੀਂ, ਕਿਉਂਕਿ ਅੱਜ ਕੱਲ੍ਹ ਤਾਂ ਸਾਰਾ ਕੁਛ ਹੀ ਚੱਲਦਾ ਭਾਈ, ਹੈ ਨਾ। ਇਸ ਕਰਕੇ ਆਪਣੇ ਆਪ ਨੂੰ ਸੁਧਾਰਨਾ। ਸਾਡੇ ਅੰਦਰ ਦੋ ਬਿਰਤੀਆਂ, ਅਗਰ ਮੈਂ ਮਨਮੁਖ ਰਹਿ ਜਾਊਂਗਾ ਤਾਂ ਜੀਵਨ ਦੀ ਬਾਜੀ ਹਾਰ ਕੇ ਜਾਊਂਗਾ, ਅਗਰ ਗੁਰੂ ਦੀ ਮੱਤ ਲੈ ਲੂੰਗਾ ਤਾਂ ਜੀਵਨ ਦੀ ਬਾਜੀ ਜਿੱਤ ਕੇ ਜਾਊਂਗਾ। ਇਸ ਕਰਕੇ ਗੁਰਬਾਣੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਅਖੀਰ ਦੇ ਵਿੱਚ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਗੁਰਮੁਖ ਪਿਆਰਿਓ, ਇਹ ਗਿਆਨ ਬਹੁਤ ਵੱਡਾ ਗਿਆਨ ਹੈ। ਠੀਕ ਆ, ਬੱਚਿਆਂ ਨੂੰ ਬਾਹਰਲੀ ਜਾਇਦਾਦ ਦੇ ਕੇ ਜਾਣੀ ਹੈ, ਤੁਸੀਂ ਸਾਰਾ ਕੁਝ ਦੇ ਕੇ ਜਾਣਾ, ਪਰ ਨਾਲ ਇਹ ਵੀ ਜ਼ਰੂਰ ਦੇ ਕੇ ਜਾਇਓ, ਗੁਰਬਾਣੀ ਦੇ ਗਿਆਨ ਤੋਂ ਬਿਨਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ, ਉਹ ਜੀਵਨ ਦੀ ਬਾਜੀ ਹੋਣੀ ਬਹੁਤ ਹੋਇਆ ਪਿਆ। ਚਲੋ ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ, ਉਹਦੀ ਰਜਾ। ਇਸ ਕਰਕੇ ਅਖੀਰ ਦੇ ਵਿੱਚ ਇਹੀ ਬੇਨਤੀ ਹੈ, ਆਪ ਵੀ ਬਾਣੀ ਦੇ ਨਾਲ ਜੁੜੋ ਅਤੇ ਆਪਣੇ ਬੱਚਿਆਂ ਨੂੰ ਵੀ ਬਾਣੀ ਦੇ ਨਾਲ ਜੋੜੋ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।